ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਉਹਦੀ ਗੱਲ ਜ਼ਿਆਦਾ ਕਰਦੇ ਹੁੰਦੇ ਆ। ਅਤੇ ਲਓ ਅੱਜ ਗੱਲ ਕਰਨ ਲੱਗੇ ਹੈ ਬ੍ਰਿਕਸ ਦੀ। ਤਾਂ ਬ੍ਰਿਕਸ ਇੱਕ ਐਸਾ ਸੰਗਠਨ ਹੈ ਜਿਹਦੇ 'ਚ 5 ਵੱਡੇ ਕੰਟਰੀ ਜਿਹੜੇ G8 ਦੇ ਵਿੱਚ ਨਹੀਂ ਹਨ ਉਹਨਾਂ ਨੂੰ ਇਹਦੇ 'ਚ ਸ਼ਾਮਿਲ ਕੀਤਾ ਗਿਆ ਹੈ। ਔਰ ਇਹ ਆਪਣੇ ਆਪ ਦੇ ਵਿੱਚ G7 ਦੇ ਵਿੱਚ ਮਾफ़ ਕਰਨਾ, ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ ਅਮਰੀਕਾ ਵਾਸਤੇ। ਬ੍ਰਿਕਸ ਕੀ ਹੈ? ਬ੍ਰਿਕਸ ਕਿਉਂ ਚੈਲੰਜ ਹੈ ਅਮਰੀਕਾ ਵਾਸਤੇ, ਅਤੇ ਇਹਦੇ ਬਾਰੇ ਜਾਣਕਾਰੀ ਲਈਏ ਜੈਰਾਜ ਜੀ ਤੋਂ। ਜੈਰਾਜ ਜੀ ਸਵਾਗਤ ਕਰਦੇ ਹਾਂ। बहुत बहुत शुक्रिया सैनी साहब। पहला तो मैं मैनू माफ करना, हो सकता कि मेरा साथ ठीक नहीं, फिर भी मैं थोड़ा जिहा शेयर कर रहा। वो ये है कि किस तरह तुसीं दस्सिया कि ब्रिक वो अमेरिका नूं बहुता फर्क नहीं पैना, फर्क पैना उन्हां दे डॉलर नूं। डॉलर की जिहड़ी वैल्यू आ डेफिनेटली वो डाउन जाएगी और अप नहीं जाएगी। और ब्रिक दे विच किहड़े 5 कंट्री सी उन्होंने 20 बिलियन डॉलर कंट्रीब्यूट करके एक बैंक खोलिया कि हैड ऑफिस शंघाई। डॉक्टर मनमोहन सिंह चाहते सी बॉम्बे बने पर नहीं, पर उन्होंने चेयरमैन इंडिया नहीं है। और वो 100 बिलियन डॉलर आया उस करके इकट्ठा किया कि किहड़े असी कंट्री हाँ असी बाहरों एक दूसरे नाल एक्सपोर्ट इंपोर्ट करते हैं, वो ਜਾਂ ਤਾਂ ਸਾਨੂੰ ਬ੍ਰਿਕ ਦੀ ਕਰੰਸੀ 'ਚ ਪੇਮੈਂਟ ਕਰ ਸਕਦੇ ਆ ਜਾਂ ਉਹਨਾਂ ਦੀ ਆਪਣੀ ਕਰੰਸੀ ਦੇ ਵਿੱਚ ਪੇਮੈਂਟ ਕਰ ਸਕਦੇ ਆ ਕਿ ਉਹਨਾਂ ਨੂੰ ਡਾਲਰ ਦੀ ਐਕਸਚੇਂਜ ਥਰੂ ਵਰਲਡ ਬੈਂਕ ਨਾ ਦੇਣੀ ਪਏ। ਕਿਉਂਕਿ ਵਰਲਡ ਬੈਂਕ ਕਿਹੜਾ ਉਹਨਾਂ ਨੂੰ ਕਈਆਂ ਨੂੰ 60 ਡੇਜ਼, ਕਈਆਂ ਨੂੰ 90 ਡੇਜ਼, ਕਿਸੇ ਨੂੰ 6 ਮੰਥਸ, ਕਿਸੇ ਨੂੰ 1 ਈਅਰ ਕ੍ਰੈਡਿਟ ਦਿੰਦਾ ਇੰਪੋਰਟ ਦੇ ਉੱਤੇ। ਔਰ ਉਹਦਾ ਅਸਰ ਹੁਣ 5 ਕੰਟਰੀ ਇਹਦੇ ਵਿੱਚ ਹੋਰ ਆ ਗਏ ਨੇ। ਤੁਹਾਨੂੰ ਇਹ ਵੀ ਪਤਾ ਹੈ ਕਿ ਇੰਡੀਆ ਬਹੁਤ ਸਾਰੇ ਮੁਲਕਾਂ ਨਾਲ ਰੂਪੀਜ਼ ਦੇ ਨਾਲ ਟ੍ਰੇਡ ਕਰਦਾ ਹੈ। UAE ਨਾ, ਰਸ਼ੀਆ ਨਾ, ਸਾਊਦੀ ਅਰੇਬੀਆ ਨਾ, ਉਹ ਨਾ ਰੂਪੀਜ਼ ਦੇ ਨਾਲ ਹੀ ਪੇਮੈਂਟ ਕਰਦਾ, ਉਹ ਕੰਟਰੀ ਅਲਾਉ ਕਰਦੇ ਆ। ਇਸੇ ਕਰਕੇ ਇੰਡੀਅਨ ਰੂਪੀ ਕਿਹੜਾ ਕਾਫੀ ਦੇਰ ਤੋਂ ਆਲਮੋਸਟ ਸਟੇਬਲ ਹੈ ਔਰ ਨਾ ਡੈਪਰੀਸ਼ੀਏਟ ਕਰ ਰਿਹਾ ਨਾ ਐਪਰੀਸ਼ੀਏਟ ਕਰ ਰਿਹਾ, ਉੱਥੇ ਹੀ ਆ। ਇਹਦੇ ਨਾਲ ਆਣ ਕੇ particularly चाइना और इंडिया की करंसी नूं बड़ा बड़ा फर्क पएगा। और क्योंकि particularly अफ्रीका दे किहड़े डेवलपिंग कंट्री आ, सेंट्रल एशिया दे कोई कंट्री आ, उन्हां नूं बहुत मुश्किल का सामना करना पैंदा है। और इस करके कि किस वेले हो इंपोर्ट करते आ तो उन्हां नूं 1-2 करंसियां च पेमेंट करनी पैंदी है, ते ਉਹਦੇ ਚ ਕਿਹੜਾ ਵਰਲਡ ਬੈਂਕ ਆ ਐਕਸਚੇਂਜ 'ਚ ਪੈਸੇ ਬਣਾਉਂਦਾ ਹੈ, ਚਾਹੇ ਉਹਨਾਂ ਨੂੰ ਕ੍ਰੈਡਿਟ ਜ਼ਰੂਰ ਦਿੰਦਾ, ਤੇ ਉਹਦੀ ਕਾਸਟ ਜਿਹੜੀ ਆ 5 ਤੋਂ 15% ਵੱਧ ਜਾਂਦੀ ਹੈ, ਤੇ ਉਹਨਾਂ ਨੂੰ ਬੜਾ ਇਸ ਚੀਜ਼ ਦਾ ਫਾਇਦਾ ਹੋਏਗਾ। ਇਹਦੇ ਨਾਲ ਕੀ ਆ, ਫਿਰ ਡਾਲਰ ਦੀ ਜਿਹੜੀ ਡਿਮਾਂਡ ਹੈ ਉਹ ਘਟ ਜਾਏਗੀ। ਘਟਣ ਦੇ ਨਾਲ ਇਹ ਹੋਏਗਾ ਕਿ ਤੁਹਾਨੂੰ ਪਤਾ ਅਮਰੀਕਾ ਹੈਵਲੀ ਡੈਟਡ ਕੰਟਰੀ ਹੈ ਔਰ ਉਹਨੂੰ ਮੁਸ਼ਕਲਾਂ ਆ ਸਕਦੀਆਂ ਆਉਣ ਵਾਲੇ ਸਾਲ ਤੇ ਕਿ ਕਿਸ ਤਰ੍ਹਾਂ ਪੇਮੈਂਟ ਅੱਗੇ ਕਰੇਗਾ। ਅੱਗੇ ਤਾਂ ਦੂਸਰੇ ਕੰਟਰੀ ਕਿਹੜੇ ਆ ਉਹ ਡਾਲਰ ਨੂੰ ਖਰੀਦਦੇ ਸੀਗੇ, ਫਰੋਜ਼ਦੇ ਸੀਗੇ ਕਿ ਇਹਨਾਂ ਦੀ ਆਓ ਚਲਾਈ ਬੈਲੈਂਸ ਰੱਖਦੇ ਸੀਗੇ, ਤੇ ਅਮਰੀਕਾ ਨੂੰ ਬੜਾ ਫਾਇਦਾ। ਇਹਦੇ 'ਚ ਕੈਨੇਡਾ ਨੂੰ ਵੀ ਫਰਕ ਪੈਣਾ। ਕਿਹੜਾ G7 ਹੈ ਨਾ, ਉਹਦੇ ਵਿੱਚ 2 ਕੰਟਰੀ ਐਸੇ ਆ ਕਿ ਇਹਨਾਂ ਦੀ ਇਕੋਨਮੀ ਛੋਟੀ ਹੈ, ਇੱਕ ਕੈਨੇਡਾ ਤੇ ਇੱਕ ਇਟਲੀ। ਹੁਣ ਕੈਨੇਡਾ ਦਾ ਤਾਂ 80% ਤੋਂ ਉੱਪਰ ਕਿਹੜਾ ਟ੍ਰੇਡ ਹੈ USA ਨਾਲ, ਬਹੁਤ ਵੱਡਾ ਫਰਕ ਨਹੀਂ ਪੈਣਾ। ਇਟਲੀ ਨੂੰ ਕਾਫੀ ਵੱਡਾ ਫਰਕ ਪੈਣਾ ਆ, ਕਿਉਂਕਿ ਇਟਲੀ ਦੇ ਕਿਹੜੇ ਕਸਟਮਰ ਹੈ ਉਹਨਾਂ ਨੇ ਕਿਉਂ ਇਟਲੀ ਦੇ ਕੋਲੋਂ ਸਮਾਨ ਲੈਣਾ ਜਾਓ, ਦੂਸਰੇ ਕੰਟਰੀਆਂ ਤੋਂ ਲੈ ਸਕਦੇ ਆ ਉਹੀ ਸਮਾਨ, ਔਰ ਉਹ ਆਪਣੀ ਕਰੰਸੀ 'ਚ ਪੇਮੈਂਟ ਵੀ ਕਰ ਸਕਦੇ ਆ। ਮੇਰੇ ਇੱਕ ਹੋਰ ਵੀ ਕਹਿਣ ਦਾ ਮਤਲਬ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਇੱਕ ਚੀਜ਼ ਦੱਸੀ ਹੈ ਨਾ ਕਿ ਰਸ਼ੀਆ ਦੇ ਟੈਂਕਰ ਖਾਲੀ ਆ ਰਹੇ, ਇਸ ਕਰਕੇ ਰਸ਼ੀਆ 1.6 ਮਿਲੀਅਨ ਬੈਰਲ ਏ ਡੇ ਉਹ ਪ੍ਰੋਡਿਊਸ ਕਰਦਾ ਸੀ ਕਰੂਡ ਆਇਲ, ਉਹਨਾਂ ਨੇ ਘਟਾ ਕੇ 2.5-3 ਲੱਖ ਬੈਰਲ ਕਰ ਦਿੱਤੀ ਆ, ਕਿਉਂਕਿ 1-2 ਕੰਟਰੀ ਉਹਨਾਂ ਦੀ ਡਿਮਾਂਡ 'ਚ ਹੈ, ਉਹਨਾਂ ਦੀ ਡਿਮਾਂਡ ਕਿਹੜੀ ਪੂਰੀ ਹੋ ਰਹੀ ਆ। ਤੇ ਇੰਡੀਆ ਹੁਣ UAE ਤੋਂ ਖਰੀਦ ਰਿਹਾ ਔਰ ਉੱਥੇ ਇੰਡੀਅਨ ਰੂਪੀ 'ਚ ਪੇਮੈਂਟ ਕਰ ਰਿਹਾ। ਕੈਨੇਡਾ ਨੂੰ ਬਹੁਤ ਵੱਡਾ ਫਰਕ ਪੈਣਾ ਆ। ਕੈਨੇਡਾ ਇੱਕ ਪਾਸੇ ਟ੍ਰੇਡ ਕਰ ਰਿਹਾ ਸੀਗਾ ਫ੍ਰੀ ਟ੍ਰੇਡ ਇੰਡੀਆ ਦੇ ਨਾਲ, ਤੇ ਦੂਸਰਾ ਯੂਰਪੀਅਨ ਯੂਨੀਅਨ ਦੇ ਨਾਲ। ਉਹਦੇ ਨਾਲ ਫਿਰ ਕੈਨੇਡਾ ਐਕਸਪੋਰਟ ਕੀ ਕਰੇਗਾ ਉਹਨਾਂ ਨੂੰ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਆ ਐਕਸਪੋਰਟ ਕਰੇਗਾ। ਕਿਹੜਾ ਕੈਨੇਡਾ ਦੇ ਕੋਲ ਕੋਈ ਐਸਾ ਹੈ ਨਹੀਂ, इंडस्ट्री नहीं हैगी सिवाय गैस और कुछ ग्रेन है और कुछ
ਪੈਟਰੋਲੀਅਮ ਪ੍ਰੋਡਕਟ ਹੈਗਾ, ਹੋਰ ਤਾਂ ਕੁਛ ਨਹੀਂ। ਕਿਹੜਾ ਲੰਬਰ ਤਾਂ ਉਹ ਖਰੀਦਦੇ ਨਹੀਂ, ਲੰਬਰ ਕਿਹੜਾ ਜ਼ਿਆਦਾ USA ਨੂੰ ਜਾਂਦਾ ਹੈ, ਉਹਨਾਂ ਕੋਲ ਆਪਣਾ ਲੰਬਰ ਕਾਫੀ ਹੈ ਯੂਰਪੀਅਨ ਕੰਟਰੀਆਂ 'ਚ। ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜੀ। ਕੁਝ ਪੁੱਛਣਾ ਤਾਂ ਦੱਸ ਦਿੰਦੇ ਜੀ ਜੀ। ਇੱਕ ਇਹਦੇ 'ਚ ਹੋਰ ਬੜੀ ਇੰਟਰਸਟਿੰਗ ਡਿਵੈਲਪਮੈਂਟ ਜਿਹੜੀ ਮੈਂ ਦੇਖ ਰਿਹਾ ਉਹ ਇਹ ਹੈ ਕਿ ਅੱਜ ਚਾਈਨਾ ਨੇ ਬੜੀ ਤਾਰੀਫ ਕੀਤੀ ਹੈ, ਚਾਈਨਾ ਦੇ ਮੀਡੀਆ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ, ਉਹਦੀਆਂ ਫੋਰਨ ਪਾਲਿਸੀਜ਼ ਦੀ, ਇੰਡੀਆ 'ਚ ਜਿਹੜੀ ਗਰੋਥ ਹੋ ਰਹੀ ਹੈ GDP ਦੀ। ਤਾਂ ਇਹ ਆਪਣੇ ਆਪ 'ਚ ਇੱਕ ਨਵੀਂ ਡਿਵੈਲਪਮੈਂਟ ਹੈ। ਮਤਲਬ ਚਾਈਨਾ ਦਾ ਭਾਰਤ ਦੇ ਪ੍ਰਾਈਮ ਮਿਨਿਸਟਰ ਦੀ ਤਾਰੀਫ ਕਰਨਾ ਜਾਂ ਭਾਰਤ ਦੇ ਨੇੜੇ ਆਉਣਾ, ਤੁਹਾਨੂੰ ਲੱਗਦਾ ਹੈ ਕਿ ਚਾਈਨਾ, ਰਸ਼ੀਆ ਔਰ ਇੰਡੀਆ, ਇਹ ਤਿੰਨੋਂ ਹੀ ਜਿਹੜੇ, ਹਾਲਾਂਕਿ ਇੰਡੀਆ ਦੇ ਰਸ਼ੀਆ ਨਾਲ ਸੰਬੰਧ ਵਧੀਆ, ਰਸ਼ੀਆ ਦੇ ਚਾਈਨਾ ਨਾਲ ਵਧੀਆ, ਪਰ ਇੰਡੀਆ ਔਰ ਚਾਈਨਾ ਦੇ ਰਿਲੇਸ਼ਨ ਕਦੇ ਵੀ ਵਧੀਆ ਨਹੀਂ ਰਹੇ। ਤੁਹਾਨੂੰ ਲੱਗਦਾ ਹੈ ਕਿ ਇਹ ਬ੍ਰਿਕ ਦੇ ਚੱਕਰ 'ਚ ਸਾਰੇ ਜਿਹੜੀਆਂ 5 ਕੰਟਰੀਆਂ ਇਕੱਠੀਆਂ ਹੋ ਜਾਣਗੀਆਂ? ਤੁਸੀਂ ਠੀਕ ਕਹਿੰਦੇ ਹੋ। ਦੇਖੋ, ਇੰਡੀਆ ਦੇ ਪੋਲੀਟੀਕਲ ਰਿਲੇਸ਼ਨ ਕਿਹੜੇ ਨਾ ਚਾਈਨਾ ਨਾਲ, ਉਹ ਅੱਛੇ ਨਹੀਂ ਹੈ। ਫਾਈਨੈਂਸ਼ੀਅਲ ਕਿਹੜੇ ਰਿਲੇਸ਼ਨ ਹੈਗੇ ਆ ਉਹ ਸਟਰੋਂਗ ਹੈ। ਬਹੁਤ ਸਾਰੇ ਕੰਟਰੀ ਇੱਥੇ ਲੋਕ ਵੀ ਕੁਐਸਚਨ ਕਰਦੇ ਨਹੀਂ ਜੀ ਇੰਡੀਆ ਡਰਦਾ ਹੈ ਚਾਈਨਾ ਕੋਲੋਂ। ਕੋਈ ਡਰਦਾ ਨਹੀਂ ਹੈ। ਇੰਡੀਆ ਵੀ 4th ਲਾਰਜੈਸਟ ਆਰਮੀ ਹੈਗੀ ਆ, ਡਿਫੈਂਸ ਹੈਗੀ ਆ, ਔਰ 5th ਲਾਰਜੈਸਟ ਇਕੋਨਮੀ ਹੈ। ਤੇ ਚਾਈਨਾ ਨੂੰ ਵੀ ਕੋਈ ਐਡਾ ਇੰਡੀਆ ਦੇ ਕੋਲੋਂ ਇਹ ਨਹੀਂ ਹੈ ਕਿ ਉਹ ਛੋਟਾ ਜਿਹਾ ਕੰਟਰੀ ਹੈ ਕਿ ਇੰਡੀਆ ਨੂੰ ਮਨੋਵ ਕਰ ਲੈ। ਹਾਂ, ਪ੍ਰੋਬਲਮ ਖੜੀ ਕਰਦਾ ਕਿਉਂਕਿ ਪੋਲੀਟੀਕਲ ਪ੍ਰੋਬਲਮ ਹੈਗੀਆਂ, ਕਿਉਂਕਿ ਇੰਡੀਆ ਬਹੁਤ ਸਾਰੀਆਂ ਜਿਹੜੀਆਂ ਚਾਈਨਾ ਦੀਆਂ ਪਾਲਿਸੀਆਂ ਉਹਨਾਂ ਨਾਲ ਸਹਿਮਤ ਨਹੀਂ ਹੈ। ਔਰ ਚਾਈਨਾ ਕਦੀ ਵੀ ਫੁੱਲ ਫਲੈਜ ਵਾਰ ਕਿਹੜੀ ਇੰਡੀਆ ਦੇ ਨਾਲ ਇਸ ਟਾਈਮ ਦੇ ਉੱਤੇ ਉਹ ਸ਼ੁਰੂ ਨਹੀਂ ਕਰ ਸਕਦਾ। ਉਹਦੇ 'ਚ ਦੋਨੇ ਕੰਟਰੀਆਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਹੁਣ ਫਾਈਨੈਂਸ਼ੀਅਲੀ ਉਹ ਮੋਦੀ ਦੀ ਇਸ ਕਰਕੇ ਉਹਨੇ ਤਾਰੀਫ ਕੀਤੀ ਹੈ ਕਿਉਂ ਕਿ ਉਹਦੇ 'ਚ ਕਿਹੜਾ ਐਕਸਪੈਂਸ਼ਨ ਹੈਗੀ ਹੈ ਇਹਦੀ ਬ੍ਰਿਕ ਦੀ, ਉਹਦੇ 'ਚ ਚਾਈਨਾ ਨੂੰ ਆਉਣ ਵਾਲੇ ਨੂੰ ਇੰਡੀਆ ਤੋਂ ਵੀ ਜ਼ਿਆਦਾ ਫਾਇਦਾ ਹੋਣਾ ਹੈ। ਰਸ਼ੀਆ ਨੂੰ ਵੀ ਹੋਣਾ, ਇੰਡੀਆ ਨੂੰ ਵੀ ਹੋਣਾ। ਕਿਉਂ ਕਿ ਚਾਈਨਾ ਨੇ ਇੱਕ ਹੋਰ ਚੀਜ਼ ਬੜੀ ਵੱਡੀ ਕੀਤੀ ਹੈ ਕਿ ਬਹੁਤ ਸਾਰੇ ਕੰਟਰੀ ਹੈਗੇ ਆ, 10-15 ਕੰਟਰੀ ਕਿਲੇ ਹੈਵੀਲੀ ਡੈਟਡ ਨੇ ਉਹ ਚਾਈਨਾ ਦੇ ਅੰਡਰ, ਤੇ ਉਹਦੇ 'ਚ ਚਾਈਨਾ ਨੂੰ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਹੈ ਜੀ। ਠੀਕ ਹੈ। ਅੱਛਾ, ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਤਾਰੀਫ ਵੀ ਕਰਨਾ ਚਾਹਾਂਗਾ ਕਿ ਜਿਹੜੀ ਤੁਸੀਂ ਪਰਸੋਂ ਗੱਲਬਾਤ ਕੀਤੀ ਸੀ ਇਲੈਕਸ਼ਨ ਕਮਿਸ਼ਨ ਦੇ ਬਾਰੇ ਦੇ ਵਿੱਚ, ਉਹਦੀ ਇੰਨੀ ਕੁ ਜ਼ਿਆਦਾ ਮੈਨੂੰ ਵੀ ਕਾਲਸ ਬੜੀਆਂ ਆਈਆਂ ਔਰ ਮੈਨੂੰ WhatsApp 'ਤੇ ਮੈਸੇजेस ਵੀ ਬੜੇ ਆਏ। ਬੜੇ ਲੋਕਾਂ ਨੇ ਧਿਆਨ ਨਾਲ, ਖੈਰ ਗੱਲ ਤਾਂ ਤੁਹਾਡੀ ਸਾਰੀ ਧਿਆਨ ਨਾਲ ਸੁਣਦੇ ਆ ਔਰ ਬੜੇ ਇਨਫੋਰਮੇਟਿਵ ਹੁੰਦੀ ਹੈ ਤੁਹਾਡੀ ਗੱਲਬਾਤ, ਪਰ ਉਹਦੀ ਕੁਝ ਜ਼ਿਆਦਾ ਹੀ ਤਾਰੀਫ ਹੋਈ ਔਰ ਮੈਂ ਤੁਹਾਨੂੰ ਇਹਦੇ ਲਈ ਥੈਂਕ ਯੂ ਵੀ ਕਰਨਾ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ। ਜੋ ਇਨਫੋਰਮੇਸ਼ਨ ਹੁੰਦੀ ਹੈ ਤੁਸੀਂ ਜਾਣਦੇ ਹੋ, ਐਜ਼ ਏ ਪ੍ਰੋਫੈਸ਼ਨਲ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ। ਮੈਨੂੰ ਸ਼ੌਕ ਹੈ ਉਹ ਕਿ ਨਿਊਜ਼ ਕਦੇ ਆਉਂਦੀ ਹੈ, ਪਤਾ ਲੱਗਦੀ ਹੈ ਕਿਹਦਾ ਕੋਈ ਮੈਨੂੰ ਆਲਮੋਸਟ 90% 95% ਯਕੀਨ ਹੋਵੇ ਕਿ ਚ ਸੱਚਾਈ ਆ, ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਇਸੇ ਕਰਕੇ ਆਪਣਾ ਕਿਹੜਾ ਜੋੜ ਹੈ ਉਹ ਕਾਫੀ ਦੇਰ ਤੱਕ ਚੱਲਦਾ ਰਹੇਗਾ। ਚਲੋ ਜੀ। ਔਰ ਇਹਦੇ 'ਚ ਇਹ ਹੈ ਕਿ ਤੁਹਾਡੇ ਕਿਹੜੇ ਲਿਸਨਰ ਆ ਉਹ ਵੀ ਜੇ ਐਪਰੀਸ਼ੀਏਟ ਕਰਨ ਤੇ ਹੋਰ ਵੀ ਇਨਫੋਰਮੇਸ਼ਨ ਉਹਨਾਂ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ। ਕਿਉਂਕਿ ਇਹ ਨਹੀਂ ਹੈ ਕਿ ਕਿਹੜੇ ਜਰਨਲਿਸਟ ਨੇ ਉਹਨਾਂ ਨੂੰ ਪਤਾ ਨਹੀਂ, ਸਭ ਪਤਾ ਹੈ। ਉਹ ਆਪਣੀ ਜੌਬ ਨੂੰ, ਆਪਣੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨਾ ਚਾਹੁੰਦੇ ਤੇ ਇਸੇ ਕਰਕੇ ਉਹ ਚੁੱਪ ਰਹਿੰਦੇ ਆ। ਪਤਾ ਉਹਨਾਂ ਨੂੰ ਵੀ ਕਾਫੀ ਆ, ਬਲਕਿ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਉਹਨਾਂ ਨੂੰ, ਪਰ ਕੀ ਕਰਨ ਉਹ ਕਿ ਅੱਜ ਕੱਲ ਦਾ ਕਿਹੜਾ ਕਲਾਈਮੇਟ ਹੈ ਉਹ ਹੀ ਕਾਫੀ ਚੇਂਜ ਹੋ ਚੁੱਕਾ ਹੈ। ਅੱਛਾ, ਮੇਰੇ ਕੋਲ ਆਉਣ ਵਾਲੇ ਟਾਈਮ ਤੇ ਡੈਫੀਨੇਟਲੀ ਕੋਈ ਨਾ ਕੋਈ ਚੇਂਜਸ ਜ਼ਰੂਰ ਆਉਣਗੇ। ਮੇਰੇ ਕੋਲ ਕੋਈ ਬੜੇ ਵੱਡਾ ਅਦਾਰਾ ਹੈ ਇੰਡੀਆ ਦਾ ਮੀਡੀਆ, ਉਹਨਾਂ ਦੇ ਕੋਈ ਪੱਤਰਕਾਰ ਇੱਥੇ ਆਏ ਸੀ ਸੀਨੀਅਰ, ਜਦੋਂ ਇੰਡੀਆ ਔਰ ਕੈਨੇਡਾ ਦੇ ਸੰਬੰਧ ਬੜੇ ਖਰਾਬ ਹੋ ਰਹੇ ਸੀ। ਪ੍ਰਾਈਮ ਮਿਨਿਸਟਰ ਟਰੂਡੋ ਜਦੋਂ ਵਾਪਸ ਆਏ ਆ ਉੱਥੋਂ ਪਰਤ ਕੇ G20 ਤੋਂ ਬਾਅਦ, ਤੇ ਉਹਨਾਂ ਨੂੰ ਮੈਂ ਦੱਸਿਆ ਵੀ ਹਾਲਾਤ ਉਨੇ ਬੁਰੇ ਨਹੀਂ ਹੈ ਜਿੰਨੇ ਤੁਸੀਂ ਲੋਕ ਦਿਖਾ ਰਹੇ ਹੋ ਇੰਡੀਆ ਦੇ ਵਿੱਚ। ਉਹਨਾਂ ਨੂੰ ਐਂ ਲੱਗਾ ਕਿ ਇੱਥੇ ਕੋਈ ਬਲੱਡ ਸ਼ੈੱਡ ਹੋ ਜਾਏਗੀ, ਹਿੰਦੂ ਸਿੱਖਾਂ 'ਚ ਕੋਈ ਦੰਗੇ ਭੜਕ ਪੈਣਗੇ। ਜਦੋਂ ਉਹਨਾਂ ਨੂੰ ਮੈਂ ਦੱਸੀ ਇਹ ਸਾਰੀ ਗੱਲ, ਉਹਨਾਂ ਨੇ ਦੇਖ ਵੀ ਲਈ, ਪਰ ਉਹ ਮੈਨੂੰ ਮਜਬੂਰੀ 'ਚ ਕਹਿਣ ਲੱਗੇ ਜੀ ਸਾਡੀ ਮਜਬੂਰੀ ਇਹ ਹੈ ਕਿ ਸਾਡਾ ਜਿਹੜਾ ਅਦਾਰਾ ਹੈ, ਸਾਡੇ ਜਿਹੜੇ ਬੌਸਿਸ ਨੇ ਉਹ ਚਾਹੁੰਦੇ ਆ ਕਿ ਅਸੀਂ ਇਹੋ ਜਿਹੀ ਹੀ ਰਿਪੋਰਟਿੰਗ ਕਰਕੇ ਭੇਜੀਏ, ਸਾਡੇ 'ਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੈ, ਇਸ ਕਰਕੇ ਸਾਨੂੰ ਉਹੋ ਜਿਹੀਆਂ ਖਬਰਾਂ ਚਾਹੀਦੀਆਂ ਇੱਥੇ ਆ ਕੇ ਜਿਹੜੀਆਂ ਸਾਡੇ ਚੈਨਲ ਨੂੰ, ਸਾਡੇ ਅਦਾਰੇ ਨੂੰ ਚਾਹੀਦੀਆਂ ਹੋਣ। ਤਾਂ ਮੇਰਾ ਮਤਲਬ ਇਹ ਹੈ ਵੀ ਇਹ ਜਿਹੜੀਆਂ ਖਬਰਾਂ ਦਿਖਾਈਆਂ ਜਾਂਦੀਆਂ ਕਿਵੇਂ ਕੁੱਕ ਹੁੰਦੀਆਂ ਪਰਦੇ ਦੇ ਪਿੱਛੇ, ਇਹਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹੁੰਦੇ ਆ,
ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਜੋ ਅਸਲੀ ਖਬਰ ਦਿਖਾਣੀ ਹੈ ਉਹ ਦਿਖਾਣੀ ਨਹੀਂ, ਤੇ ਜਿਹੜੀ ਨਹੀਂ ਦਿਖਾਣੀ ਉਹਨੂੰ ਕਿਵੇਂ ਖਬਰ ਨੂੰ ਤਿਆਰ ਕਰਕੇ ਕੁੱਕ ਕਰਕੇ ਤੇ ਲੋਕਾਂ 'ਚ ਪਰੋਸਿਆ ਜਾਂਦਾ। ਮੈਂ ਇਹ ਕਹਿਣਾ ਜੀ ਕਿ G20 ਦੀ ਕਿਹੜੀ ਮੀਟਿੰਗ ਹੋਈ ਸੀ, ਸਾਰਾ ਮਸਲਾ ਉੱਥੋਂ ਹੀ ਸਟਾਰਟ ਹੋਇਆ ਕਿ ਮੋਦੀ ਸਾਹਿਬ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਹੈ। ਉਹ ਕਿਹੜੇ ਬਾਹਰ ਗੈਸਟ ਆਏ ਸੀਗੇ, VIP ਗੈਸਟ ਸੀਗੇ ਸਾਰੇ, ਉਹਨਾਂ ਨੂੰ ਪ੍ਰਮੋਟ ਨਹੀਂ ਦਿੱਤਾ। ਈਵਨ US ਦੇ ਪ੍ਰੈਜ਼ੀਡੈਂਟ ਉਹ ਵੀ ਹੋਰ ਬੋਲਣਾ ਚਾਹੁੰਦੇ ਸੀ, ਹੋਰ ਆਪਣੇ ਖਿਆਲ ਰੱਖਣਾ ਚਾਹੁੰਦੇ ਸੀ। ਮੋਦੀ ਸਾਹਿਬ ਨੇ ਉਹਨਾਂ ਨੂੰ ਵੀ ਜ਼ਿਆਦਾ ਮੌਕਾ ਨਹੀਂ ਦਿੱਤਾ। ਇਸ ਕਰਕੇ ਜੋ ਬਾਈਡਨ ਸਾਹਿਬ ਉਹ ਮੋਦੀ ਸਾਹਿਬ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹੈ। ਤੇ ਇਥੋਂ ਝਗੜਾ ਜ਼ਿਆਦਾ ਪੈਦਾ ਹੋਇਆ। ਬਾਕੀ ਕਿਹੜੇ ਇੱਕ ਦੋ ਬੰਦਿਆਂ ਦੀ ਗੱਲ ਤੁਸੀਂ ਕਰਦੇ ਹੋ, ਉਹ ਨਾ ਕੋਈ ਇੰਡੀਆ ਨੂੰ ਕੋਈ ਫਰਕ ਹੈ, ਨਾ ਕੋਈ USA ਨੂੰ ਫਰਕ ਹੈਗਾ। ਉਹਨਾਂ ਦੀ ਕਹਾਣੀ ਹੋਰ ਹੈ, ਡਿਫਰੈਂਟ ਹੈਗੀ ਆ। ਇਸੇ ਕਰਕੇ ਉਹ ਇੰਡੀਆ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਇਹ ਇਸ਼ੂ ਨੂੰ ਇਸਤੇਮਾਲ ਕੀਤਾ ਇੰਡੀਆ ਦੇ ਉੱਤੇ ਕਿ ਇੰਡੀਆ ਤੋਂ ਘਬਰਾ ਜਾਏਗਾ ਕਿ ਨਹੀਂ ਹੈ। ਪਰ ਇੰਡੀਆ ਉੱਤੋਂ ਖਿਸਕਣ ਵਾਲਾ ਨਹੀਂ ਹੈ, ਉਹ ਉੱਥੇ ਹੀ ਸਟੈਂਡ ਹੈ। ਔਰ ਕਿਹੜਾ USA ਆ ਇੰਡੀਆ ਨਾਲ ਰਿਲੇਸ਼ਨ ਨਹੀਂ ਖਰਾਬ ਕਰ ਸਕਦਾ। ਪਰ ਟਰੂਡੋ ਸਾਹਿਬ ਨੇ ਸਟੈਪ ਅੱਛਾ ਨਹੀਂ ਲਿਆ। ਔਨ ਦ ਲੌਂਗ ਟਰਮ ਟਰੂਡੋ ਸਾਹਿਬ ਨੂੰ ਕਾਫੀ ਨੁਕਸਾਨ ਹੋਏਗਾ ਇੰਡੀਆ ਦੇ ਨਾਲ ਡਿਫਰੈਂਸ ਕਰਨ ਦੇ। ਹੁਣ ਤੁਸੀਂ ਇਹ ਵੀ ਦੇਖਿਓ ਕਿ ਟਰੂਡੋ ਸਾਹਿਬ ਨੇ 3-4 ਦਫਾ ਸਟੇਟਮੈਂਟ ਦਿੱਤੀ ਵੀ ਹੈ ਕਿ ਅਸੀਂ ਇੰਡੀਆ ਨਾਲ ਅੱਛੇ ਸਟਰੋਂਗ ਰਿਲੇਸ਼ਨ ਚਾਹੁੰਦੇ ਹਾਂ, ਅਸੀਂ ਫਲਾਨ ਚਾਹੁੰਦੇ, ਉਹ ਚਾਹੁੰਦੇ ਹਾਂ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇੰਡੀਆ ਦੇ ਬਗੈਰ ਗੁਜ਼ਾਰਾ ਨਹੀਂ ਹੈ। ਇੰਡੀਆ ਬਹੁਤ ਵੱਡੀ ਮਾਰਕੀਟ ਹੈ, ਉਹਦੇ ਨਾਲ ਬੁਲਾ ਕੇ ਔਰ ਦੋਨੇ ਕੰਟਰੀਆਂ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ, ਆਲ ਦ ਬੈਸਟ।